ਸਾਡੇ ਸਤਿਕਾਰਯੋਗ ਕ੍ਰਿਸਚਨ ਦਲਿਤ ਫਰੰਟ ਦੇ ਨਾਮਵਰ ਆਗੂ ਬਾਊ ਮਨੋਹਰ ਜੀ, ਜਿਨ੍ਹਾਂ ਨੇ ਚੇਅਰਮੈਨ ਮਾਈਨੋਰਿਟੀ ਕਮਿਸ਼ਨ ਦੇ ਵੀ ਰਹੇ ਹੈ, ਐਸਐਸ ਬੋਰਡ ਦੇ ਮੈਂਬਰ ਵੀ ਰਹੇ ਹੈ, ਕਈ ਵੱਡੇ ਅਹੁਦਿਆਂ ਤੇ ਰਹੇ ਹੈ ਬੜੇ ਲੰਮੇ ਸਮੇਂ ਤੋਂ। ਮੇਰੀ ਇਹ ਤਾਂਘ ਸੀ ਕਿ ਮੈਂ ਆ ਕੇ ਇਹਨਾਂ ਨੂੰ ਮਿਲਾਂ ਔਰ ਅੱਜ ਇਹ ਪ੍ਰੋਗਰਾਮ ਬਣਿਆ, ਇੱਥੇ ਆਏ ਆ ਔਰ ਸਾਰਿਆਂ ਨੇ ਪੰਜਾਬ 'ਚ ਅਮਨ ਸ਼ਾਂਤੀ ਕਾਨੂੰਨ ਭਾਈਚਾਰਕ ਸਾਂਝ, ਇਹ ਬਾਰਡਰ ਸਟੇਟ ਹੱਸਦਾ ਰਵੇ ਵਸਦਾ ਰਵੇ, ਇਸ ਗੱਲ ਨੂੰ ਧਿਆਨ 'ਚ ਰੱਖਦਿਆਂ ਸਾਰਿਆਂ ਨੇ ਇਕੱਠੇ ਹੋ ਕੇ ਪੰਜਾਬ ਦੇ ਭਲੇ ਲਈ ਸੇਵਾ ਕਰਨ ਦਾ, ਵੱਧ ਚੜ੍ਹ ਕੇ ਸੇਵਾ ਕਰਨ ਦਾ ਮਨ ਬਣਾਇਆ। ਇਸ ਲਈ ਇਕੱਠੇ ਹੋਏ ਆ ਔਰ ਇਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਤਗੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਾ ਇਹ ਸਾਥ ਦੇਣ। ਸਰ, ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਦਿੱਲੀ ਦੌਰਾ ਕੀਤਾ, ਉਹਦੇ ਬਾਅਦ ਕਿਹਾ ਕਿ ਮੈਂ ਆਪਣੀ ਬੀਜੇਪੀ ਦੇ ਵਿੱਚ ਨਹੀਂ ਜਾਵਾਂਗਾ, ਕਾਂਗਰਸ 'ਚ ਨਹੀਂ ਜਾਵਾਂਗਾ। ਤਾਂ ਕਿਆ ਤੁਹਾਨੂੰ ਲੱਗਦਾ ਕਿ ਉਹ ਨਵੀਂ ਪਾਰਟੀ ਬਣਾਉਣਗੇ? ਇਹ ਤਾਂ ਕੈਪਟਨ ਸਾਹਿਬ ਦੱਸ ਸਕਦੇ ਨਾ, ਮੈਨੂੰ ਕੀ ਪਤਾ ਉਹਨਾਂ ਨੇ ਕੀ ਕਿਹਾ। ਝੋਨੇ ਦੀ ਖਰੀਦ ਦਾ ਸਮੇਂ 11 ਤਰੀਕ ਕਰਤਾ ਹੈ। ਦੇਖੋ, ਮੈਂ ਇਹਨੂੰ ਬਹੁਤ ਵੱਡਾ ਫੇਲੀਅਰ ਕਾਂਗਰਸ ਦੀ, ਪੰਜਾਬ ਦੀ ਸਰਕਾਰ ਦਾ ਔਰ ਕੇਂਦਰ ਦੀ ਸਰਕਾਰ ਦਾ ਸਮਝਦਾ, ਕਿਉਂਕਿ ਝੋਨੇ ਤੇ ਕਣਕ ਦੀ ਖਰੀਦ ਕਿਸ ਤਰੀਕ ਤੋਂ ਸ਼ੁਰੂ ਹੁੰਦੀ ਹੈ, ਇਹ ਕੋਈ ਅੱਜ ਨਵਾਂ ਕੰਮ ਨਹੀਂ, ਇਹ ਹਰ ਸਾਲ ਦਾ ਲੰਮੇ ਸਮੇਂ ਤੋਂ ਇਹ ਕੰਮ ਤੁਰਿਆ ਆਉਂਦਾ। ਉਹਦੀ ਸਹੀ ਪਲੈਨਿੰਗ ਕਰਕੇ ਰੱਖਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਔਰ ਜਦੋਂ ਫਸਲ ਮੰਡੀ 'ਚ ਪਹੁੰਚ ਗਈ ਹੈ, ਉਸ ਵੇਲੇ ਕਿਸਾਨਾਂ ਨੂੰ ਇਹ ਕਹਿਣਾ ਕਿ ਅੱਜ ਤੋਂ ਤੁਹਾਡੀ ਲਿਫਟਿੰਗ ਨਹੀਂ ਹੋ ਰਹੀ ਜਾਂ ਤੁਹਾਡੀ ਖਰੀਦ ਨਹੀਂ ਹੋ ਰਹੀ, ਇਹਨਾਂ ਤੋਂ ਕਿੱਡਾ ਵੱਡਾ ਨੁਕਸਾਨ ਕਿਸਾਨਾਂ ਦਾ ਹੋਣਾ। ਕਿੱਥੇ ਜਾਣਗੇ ਉਹ ਕਿਸਾਨ ਭਰਾ? ਕਿਵੇਂ ਪੇਮੈਂਟ ਕਰਨਗੇ? ਆਪ ਦਾ ਜਿਹੜਾ ਉਹਨਾਂ ਨੇ ਆੜ੍ਹਤੀਏ ਤੋਂ ਲੋਨ ਲਿਆ ਜਾਂ ਲੇਬਰ ਦਾ ਜਿਹੜੇ ਪੈਸੇ ਦੇਣ ਵਾਲੇ, ਉਹਨਾਂ ਨੂੰ ਪੈਸੇ ਕਿੱਥੋਂ ਆਉਣੇ? ਇਸ ਲਈ ਨਲਾਇਕੀ ਸੂਬਾ ਸਰਕਾਰ ਤੇ ਸੈਂਟਰ ਦੀ ਸਰਕਾਰ ਦੀ, ਤੇ ਨੁਕਸਾਨ ਕਿਸਾਨਾਂ ਦਾ ਤੇ ਕਿਸਾਨ ਭਰਾਵਾਂ ਦੇ ਨਾਲ, ਭਾਵੇਂ ਉਹ ਲੇਬਰ ਹੈ, ਆੜ੍ਹਤੀਆ, ਸਭ ਦਾ ਹੋ ਰਿਹਾ। ਮੇਰੀ ਅਪੀਲ ਹੈ ਕਿ ਜਿੱਥੇ ਸੈਂਟਰ ਆਪ ਦੀ ਜਿਹੜੀ 11 ਤਰੀਕ ਕੀਤੀ, ਉਹ ਤਰੀਕ ਦੀ ਦੁਰਸਤੀ ਕਰੇ। ਜਦ ਤੱਕ ਉਹ ਨਹੀਂ ਹੁੰਦਾ, ਪੰਜਾਬ ਦੀਆਂ 5-7 ਏਜੰਸੀਆਂ ਨੇ, ਪਨਗ੍ਰੇਨ ਹੋ ਗਈ, ਪਨਸਪ ਹੋ ਗਈ, ਮਾਰਕਫੈਡ ਹੋ ਗਈ, ਹੋਰ ਕਈ ਮਹਿਕਮੇ ਨੇ, ਇਹ ਖਰੀਦ ਅੱਜ ਤੋਂ ਸ਼ੁਰੂ ਕਰਨ। ਔਰ ਅੱਜ ਹੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਇੱਕ ਟਰਾਲੀ ਪੂਰੀ ਭਰ ਕੇ ਉੱਥੇ ਲੈ ਕੇ ਗਏ FCI ਦੇ ਦਫ਼ਤਰ, ਔਰ ਉਹਦੇ 'ਚ ਪ੍ਰੋਪਰ ਨਮੀ ਚੈੱਕ ਕਰਾਈ ਕਿ 12.9 ਸੀ, 13% ਨਮੀ ਦਾ ਦਰ ਉਹਦੇ ਅੰਦਰ ਸੀ, ਤੇ ਫੇਰ ਬਹਾਨੇਬਾਜ਼ੀ ਕਿ ਨਹੀਂ ਖਰੀਦਣੀ। ਮੈਂ ਸਮਝਦਾ ਕਾਂਗਰਸ ਇਕੱਲੀ ਆਪਣੀ ਕੁਰਸੀ ਦੀ ਲੜਾਈ ਤੱਕ ਸੀਮਿਤ ਰਹਿ ਗਈ, ਲੋਕਾਂ ਨੂੰ ਤਾਂ ਭੁੱਲ ਹੀ ਬੈਠੇ। ਇਕੱਲਾ ਲੜਾਈ ਕੁਰਸੀ ਦੀ ਹੈ, ਮੈਂ ਦੀ ਹੈ, ਹੋਮੇ ਦੀ ਹੈ, ਹੋਰ ਕੁਝ ਪੰਜਾਬ ਦੇ ਲੋਕਾਂ ਦੇ ਦਰਦ ਦੇ ਬਾਰੇ ਨਾ ਪਿਛਲੇ ਪੌਣੇ 5 ਸਾਲ ਕਿਸੇ ਨੇ ਸੋਚਿਆ, ਨਾ ਅੱਜ ਕੋਈ ਸੋਚ ਰਿਹਾ। ਦੇਖੋ, ਟੀਮ ਉਹੀ ਹੈ, ਕੱਲਾ ਮੁੱਖ ਮੰਤਰੀ ਜਾਂ ਕਪਤਾਨ ਬਦਲੇ ਨਾਲ ਮਸਲਾ ਹੱਲ ਨਹੀਂ ਹੋਣਾ, ਪਲੇਅਰ ਤਾਂ ਫੇਰ ਉਹੀ ਨੇ। ਔਰ ਉਹਨਾਂ ਪਲੇਅਰਾਂ ਦਾ ਸਿਰਫ ਤੇ ਸਿਰਫ ਆਪਣੇ ਵੱਲ ਧਿਆਨ ਹੈ, ਆਪਣੀ ਕੁਰਸੀ ਵੱਲ ਧਿਆਨ ਹੈ, ਆਪਣੀ ਜੇਬਾਂ ਵੱਲ ਧਿਆਨ ਹੈ। ਪੰਜਾਬ ਦੇ ਕਿਸੇ ਮੁੱਦੇ ਤੇ, ਬਿਜਲੀ ਦੇ ਰੇਟਾਂ ਤੇ, ਕਿਸਾਨੀ ਦੇ ਮੁੱਦੇ ਤੇ, ਮੁਲਾਜ਼ਮਾਂ ਦੇ ਮੁੱਦੇ ਤੇ, ਨੌਜਵਾਨਾਂ ਦੇ ਮੁੱਦੇ ਤੇ, ਵੈਲਫੇਅਰ ਸਕੀਮਾਂ ਦੇ ਮੁੱਦੇ ਤੇ, ਡਿਵੈਲਪਮੈਂਟ ਦੇ ਮੁੱਦੇ ਤੇ, ਕਿਸੇ ਮੁੱਦੇ ਤੇ ਪੰਜਾਬ ਦੀ ਕਾਂਗਰਸ ਨਾ ਵਚਨਬੱਧ ਹੈ, ਨਾ ਗੰਭੀਰ। ਸਰ, ਅਗਰ ਹੁਣ ਜੇ ਵੋਟ ਆਫ ਕੰਡਕਟ ਇਹਨਾਂ ਦਾ ਵੋਟ ਆਫ ਕੌਨਫੀਡੈਂਸ ਹੋ ਗਿਆ, then what will be the outcome of this government? इसको सरकार ਦਾ ਕੀ ਬਣੇਗਾ? ਦੇਖੋ, ਔਰ ਇਸ ਦੇ ਵਿੱਚ ਫਲੋਰ ਟੈਸਟ ਜੇ ਹੁੰਦਾ ਹੈ, ਜਦੋਂ ਕਾਂਗਰਸ ਹੀ ਕਾਂਗਰਸ 'ਚ ਭਰੋਸਾ ਖੋ ਬੈਠੀ ਹੈ, ਤੇ ਉਹਦਾ ਅੰਜਾਮ ਤਾਂ ਬੜਾ ਕਲੀਅਰ ਹੈ ਕਿ ਕੀ ਹੋਣਾ। ਕਿੰਨੇ ਵਜ਼ੀਰ ਐਕਸ ਮਿਨਿਸਟਰ ਬੋਲ ਪਏ ਇਸ ਮੁੱਦੇ ਤੇ। ਸਾਬਕਾ 9.5 ਸਾਲ ਲੌਂਗੈਸਟ ਸਰਵਿੰਗ ਜਿਹੜਾ ਉਹਨਾਂ ਦਾ ਆਪਣਾ ਚੀਫ ਮਿਨਿਸਟਰ ਹੈ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੇ ਵੀ ਆਪਣੀ ਭਾਵਨਾ ਸਪਸ਼ਟ ਕਰਤੀ ਹੈ। ਕਈ MLA ਜਿਹੜੇ ਆਪ ਕਹਿ ਰਹੇ ਆ ਕਿ ਇਹ ਕੰਪਰੋਮਾਈਜ਼ ਸਰਕਾਰ ਹੈ, ਉਹਦੇ 'ਚ ਉਹਨਾਂ ਦਾ ਭਰੋਸਾ ਨਹੀਂ ਰਿਹਾ। ਔਰ ਜੋ ਕਾਟੋ ਕਲੇਸ਼ ਚੱਲਿਆ ਕੁਰਸੀ ਵਾਸਤੇ, ਔਰ ਮੈਂ ਸਮਝਦਾ ਪੰਜਾਬ ਨੂੰ ਹਮੇਸ਼ਾ ਇਹ ਗੁਰੂਆਂ ਪੀਰਾਂ ਦੀ ਧਰਤੀ ਨੂੰ ਭਾਈਚਾਰਕ ਸਾਂਝ ਲਈ ਜਾਣਿਆ ਜਾਂਦਾ ਸੀ, ਮਗਰ ਜੋ ਖੇਡ ਗਾਂਧੀ ਪਰਿਵਾਰ ਨੇ ਪੰਜਾਬ 'ਚ ਖੇਡੀ ਹੈ, ਕਦੇ ਹਿੰਦੂ ਭਾਈਚਾਰੇ ਦੇ ਕਹਿੰਦੇ ਜੀ ਮੁੱਖ ਮੰਤਰੀ ਬਣਾਉਣਾ, ਫਿਰ ਉਹਨੂੰ ਜਲੀਲ ਕਰਨਾ,
ਫਿਰ ਕਦੇ ਕਹਿ ਦੇਣਾ ਜੀ ਅਸੀਂ ਨਹੀਂ ਜੀ ਜੱਟ ਬਣਾਉਣਾ, ਫਿਰ ਉਹਨੂੰ ਜਲੀਲ ਕਰ ਦੇਣਾ। ਤੇ ਜੇ ਅੱਜ ਅਨੁਸੂਚਿਤ ਜਾਤੀ ਦਾ ਸ਼ਡਿਊਲ ਕਾਸਟ ਭਾਈਚਾਰੇ ਦਾ ਬਣ ਗਿਆ ਮੁੱਖ ਮੰਤਰੀ, ਉਹਨੂੰ ਤਾਂ ਰੋਜ਼ ਜਲੀਲ ਕਰ ਰਹੇ। ਹਰ ਵਰਗ ਦੀ ਬਦਨਾਮੀ ਤੇ ਬੇਇੱਜ਼ਤੀ ਤੇ ਬੇਇੱਜ਼ਤ ਕਰਨ ਲਈ ਇਹ ਕਾਂਗਰਸ ਲੱਗੀ ਆ, ਲੋਕਾਂ ਵੱਲ ਕੋਈ ਧਿਆਨ ਨਹੀਂ। ਸਰ ਇੱਕ ਮੈਂ ਤੁਹਾਡੇ ਕਾਈਂਡ ਨੋਟਿਸ ਤੋਂ ਗੱਲ ਲੈਣਾ ਚਾਹੁੰਦਾ। ਹਾਂਜੀ ਹਾਂਜੀ ਕਿਸੇ ਜ਼ਿਆਦਾ ਜ਼ਮੀਨ ਨਾਲ ਜੁੜੇ ਹੋ, ਅਸੀਂ ਵੀ ਚਲੋ ਥੋੜੇ ਬਹੁਤੇ ਕਰੀਏ। ਇੱਕ ਸਰ ਬਿਜਲੀ ਦਾ ਮੁੱਦਾ ਹੈ। ਹਾਂਜੀ ਬਿਜਲੀ ਦਾ ਮੁੱਦਾ ਕਿ ਆਮ ਜਨਰਲ ਵਰਗ ਦੇ ਵਿੱਚ ਇੱਕ ਰਿਜ਼ਲਟਮੈਂਟ ਹੈ ਕਿ ਬਿਜਲੀ ਨੂੰ ਅਲੱਗ-ਅਲੱਗ ਰੇਟਸ ਦੇ ਵਿੱਚ ਕੀਤਾ ਗਿਆ ਕਿ ਜਨਰਲ ਵਰਗ ਨੂੰ ਕੋਈ ਫੈਸਿਲਿਟੀਜ਼ ਨੇ ਅਦਰਵਾਈਜ਼ ਅਦਰ ਕੈਟਾਗਰੀ। ਆਈ ਡੋਂਟ ਵਾਂਟ ਟੂ ਸੇ ਅਬਾਊਟ ਅਦਰ, ਮਤਲਬ ਕਹਿਣ ਦਾ ਮਤਲਬ ਹੈ ਕਿ ਦੇਰ ਸ਼ੁੱਡ ਵੀ ਇੱਕ ਪੈਰਿਟੀ ਹੋਣੀ ਚਾਹੀਦੀ, ਯੂਨੀਫਾਰਮ। ਮੈਂ ਅੱਗੇ ਉਹ ਬੇਨਤੀ ਕਰ ਰਿਹਾ ਜੀ, ਤੁਹਾਡੀ ਗਵਰਨਮੈਂਟ ਆਉਣ ਤੇ ਤੁਸੀਂ ਕੀ ਕਰੋ? ਦੇਖੋ ਅਸੀਂ ਤਾਂ ਸਪਸ਼ਟ ਐਲਾਨਤ ਹੈ ਜੀ ਕਿ ਜਿਹੜੀ ਇਹ 400 ਯੂਨਿਟ ਅਸੀਂ ਮਾਫ ਕਰਨੇ ਆ, ਉਹ ਸਾਰੇ ਜਿਨ੍ਹਾਂ ਦੇ ਨੀਲੇ ਕਾਰਡ ਬਣੇ ਉਹਨਾਂ ਦੇ ਕਰਨੇ। ਨੀਲੇ ਕਾਰਡ ਦਾ ਮਤਲਬ ਇਕਨੋਮਿਕਲੀ ਵੀਕਰ ਸੈਕਸ਼ਨ ਆਫ ਸੁਸਾਇਟੀ। ਦੇਖੋ ਅੱਜ ਦੀ ਡੇਟ 'ਚ ਠੀਕ ਹੈ ਐਸਸੀ ਭਾਈਚਾਰੇ ਨੂੰ, ਬੀਸੀ ਭਾਈਚਾਰੇ ਨੂੰ, ਉਹਨਾਂ ਨੂੰ ਜੋ ਬਣਦਾ ਲੋੜ ਹੈ ਮਦਦ ਮਿਲਣੀ ਚਾਹੀਦੀ, ਮਗਰ ਇੱਕ ਨਵਾਂ ਸੈਕਸ਼ਨ ਖੜਾ ਹੋ ਗਿਆ ਇਕਨੋਮਿਕਲੀ ਵੀਕਰ ਸੈਕਸ਼ਨ, ਜਿਹਦੇ 'ਚ ਹਰ ਜਾਤ ਹਰ ਧਰਮ ਨਾਲ ਸੰਬੰਧਿਤ ਲੋਕ ਆ ਗਏ ਜਿਨ੍ਹਾਂ ਦੀ ਆਮਦਨ ਇੱਕ ਲੈਵਲ ਤੋਂ ਘੱਟ ਹੈ, ਉਹਨਾਂ ਨੂੰ ਵੀ ਮਦਦ ਦੀ ਲੋੜ ਹੈ। ਔਰ ਸ਼੍ਰੋਮਣੀ ਅਕਾਲੀ ਦਲ ਦੀ ਸਾਰੀਆਂ ਜਿਹੜੀਆਂ ਅਸੀਂ ਸਕੀਮਾਂ ਲਾਉਣੀਆਂ, ਚਾਹੇ ਉਹ ਸਟੂਡੈਂਟ ਵੈਲਫੇਅਰ ਦੀਆਂ ਨੇ, ਚਾਹੇ ਉਹ ਸਟੂਡੈਂਟਸ ਲੋਨ ਦੀਆਂ ਨੇ, ਚਾਹੇ ਉਹ ਬਿਜਲੀ ਦੀਆਂ ਨੇ, ਚਾਹੇ ਉਹ ਮਾਤਾ ਖੀਵੀ ਜੀ ਹੈ ਜਿਹ 'ਚ 2000 ਰੁਪਈਆ, ਉਹ ਸਾਰਾ ਕੁਛ ਹਰ ਵਰਗ ਨੂੰ ਧਿਆਨ ਰੱਖਦੇ ਹੋਏ ਇਹ ਸਕੀਮਾਂ ਬਣਾਈਆਂ ਗਈਆਂ। ਇਸ ਲਈ ਉਹਦਾ ਲਾਭ ਭਾਰਤੀ ਸਾਰੇ ਹੋਣਗੇ। ਇਸ ਤਰ੍ਹਾਂ ਪੰਜਾਬ ਨੂੰ ਦੇਖੋ, ਜੋ ਕੰਮ ਪਾਕਿਸਤਾਨ ਕਰਨਾ ਚਾਹੁੰਦਾ ਉਹ ਕੰਮ ਤਾਂ 10 ਜਨਪਦ ਗਾਂਧੀ ਪਰਿਵਾਰ ਨੇ ਸ਼ੁਰੂ ਕਰਤਾ। ਜਦੋਂ ਇਸ ਤਰ੍ਹਾਂ ਵੰਡੀਆਂ ਪਾਈ ਜਾਣਗੀਆਂ, ਭਰਾ ਮਾਰੂ ਜੰਗ ਸ਼ੁਰੂ ਹੋਊਗੀ, ਤੇ ਫਾਇਦਾ ਤਾਂ ਜੋ ਪਾਕਿਸਤਾਨ ਨਹੀਂ ਕਰ ਸਕੀ ਇਹ ਮੈਨੂੰ ਲੱਗਦਾ 10 ਜਨਪਦ ਨੇ ਕਰ ਦੇਣਾ। ਇਸ ਲਈ ਇਹ ਬਹੁਤ ਖਤਰਨਾਕ ਪੰਜਾਬ ਦੇ ਨਾਲ ਬਹੁਤ ਅਫਸੋਸ ਦੀ ਗੱਲ ਹੈ ਕਿ ਇਹ ਜੀ ਰਾਜਨੀਤੀ ਅੱਜ ਪੰਜਾਬ 'ਚ ਖੇਡੀ ਜਾ ਰਹੀ ਹੈ ਸਿਰਫ ਤੇ ਸਿਰਫ ਕੁਰਸੀ ਖਾਤਰ। क्या बिजली के रेट्स भी कम किए जाएंगे? ਸਪਸ਼ਟ ਕਰਤਾ ਜੀ, ਵੀ ਹੈਵ ਆਲਰੇਡੀ ਅਨਾਉਂਸ। ਦੇਖੋ ਸਾਡੇ ਵੇਲੇ ਬਿਜਲੀ ਦੇ ਰੇਟ 5.5 ਰੁਪਏ ਸੀ ਜਦੋਂ ਅਸੀਂ 2017 ਦਾ ਤੁਸੀਂ ਰਿਕਾਰਡ ਕੱਢ ਲਓ। 17 ਤੋਂ ਬਾਅਦ ਇਹਨਾਂ ਨੇ ਰੇਟ ਅੱਜ 11-12 ਰੁਪਏ ਤੇ ਲਿਆ ਹੈ राइट सर। ਔਰ ਹਰ ਸਾਲ ਰੇਟ ਨੂੰ ਵਧਾਇਆ। ਵੀ ਆਰ ਕਮਿਟਡ ਕਿ ਅਸੀਂ ਇਹ ਰੇਟ ਘਟਾਉਣੇ ਆ। ਔਰ ਇੱਕ ਭੰਬਲ ਪੂਸਾ ਪਾਉਂਦੇ ਤੁਹਾਨੂੰ ਸਿਰਫ ਇਹ ਗੱਲ ਕਰਕੇ ਕਿ ਪੀਪੀਏ ਕੈਂਸਲ ਕਰ ਦਿਓ। ਗਲਤ ਹੈ ਤੇ ਕਰ ਦਿਓ ਕੈਂਸਲ, ਗੱਲਾਂ ਨਾਲ ਤਾਂ ਨਹੀਂ ਨਾ ਕੁਝ ਹੋਣਾ। ਔਰ ਪੀਪੀਏ ਦਾ ਇਹ ਵੀ ਦੱਸਣ ਕਿ ਜਿਹੜਾ ਪੀਪੀਏ ਦੇ ਰੇਟ ਜਿਹੜੀ ਬਿਡਿੰਗ ਹੋਈ ਹੈ, ਉਹ ਬਿਡਿੰਗ ਡਾਕੂਮੈਂਟ ਤਿਆਰ ਕਿਹਨੇ ਕੀਤਾ? ਉਹ ਤਾਂ ਸੋਨੀਆ ਗਾਂਧੀ ਤੇ ਡਾਕਟਰ ਮਨਮੋਹਨ ਸਿੰਘ ਜੀ ਦੀ ਸਰਕਾਰ ਨੇ ਤਿਆਰ ਕੀਤਾ ਹੈ, ਜਿਹੜੀ ਹਰ ਸਟੇਟ ਨੇ ਫੋਲੋ ਕੀਤਾ। ਔਰ ਇਹ ਵੀ ਦੱਸਣ ਕਿ ਉਸ ਰੇਟ ਕੀ ਆਇਆ ਸੀ। ਸਰਕਾਰੀ ਥਰਮਲ ਪਲਾਂਟ ਦਾ ਰੇਟ ਉਸ ਵੇਲੇ 4 ਰੁਪਏ ਦੇ ਨੇੜੇ ਤੇੜੇ ਸੀ, ਔਰ ਜੋ ਪ੍ਰਾਈਵੇਟ ਦਾ ਰੇਟ ਅਸੀਂ ਲਿਆ ਉਹ 2 ਰੁਪਏ 86 ਪੈਸੇ ਤੋਂ 2 ਰੁਪਏ 90 ਪੈਸੇ ਤੱਕ ਸੀ। ਸੋ ਘੱਟ ਰੇਟ ਤੇ ਲਿਆ। ਇਸ ਲਈ ਇਹਨਾਂ ਤੋਂ ਕੈਂਸਲ ਨਹੀਂ ਹੋ ਰਿਹਾ, ਇਕੱਲੀ ਤੇ ਇਕੱਲੀ ਪੋਲਿਟਿਕਸ ਖੇਡ ਰਿਹਾ। ਮਗਰ ਹਾਂ, ਮੈਂ ਅੱਜ ਵੀ ਕਹਿਣਾ ਕਿ ਜੇ ਤੁਸੀਂ ਹਲੇ ਵੀ ਇਹ ਤੋਂ ਸਸਤੀ ਬਿਜਲੀ ਦੇ ਸਕਦੇ ਦਿਓ, ਕਰਕੇ ਵਿਖਾਓ। ਅਸੀਂ ਵੀ ਸਮਝਾਂਗੇ ਕਿ ਤੁਸੀਂ ਕਮਿਟਡ ਹੋ। ਮਗਰ ਇਹੀ ਕਾਂਗਰਸ ਦੀ ਸਰਕਾਰ ਨੇ, ਹੁੱਡਾ ਸਰਕਾਰ ਨੇ ਹੋਰ ਥਾਵਾਂ ਤੇ ਸਾਡੇ ਤੋਂ ਰੇਟ ਉਸ ਵੇਲੇ ਵੀ ਵੱਧ ਲਏ ਸੀ, ਅਸੀਂ ਤਾਂ ਉਹਨਾਂ ਤੋਂ ਵੀ ਘੱਟ ਲਏ ਸੀ। ਸੋ ਇਹ ਕੇਵਲ ਤੇ ਕੇਵਲ ਰਾਜਨੀਤੀ ਤੇ ਕੁਰਸੀ ਦੀ ਲੜਾਈ ਹੈ। ਔਰ ਜੋ ਹਾਲਾਤ ਬਣੇ ਆ ਤੁਹਾਡੇ ਸਾਹਮਣੇ ਆ। ਕੱਲ ਕਿਸ ਤਰੀਕੇ ਨਾਲ ਦੇਖੋ ਅਨਕਨਸਟੀਟਿਊਸ਼ਨਲ ਫੈਸਲੇ ਹੋ ਰਹੇ ਆ। ਮੁੱਖ ਮੰਤਰੀ ਸਹੁੰ ਖਾਂਦਾ ਹੈ ਸੰਵਿਧਾਨ ਦੀ, ਕਨਸਟੀਟਿਊਸ਼ਨ ਦੀ, ਤੇ ਜਿਹੜੀ 10 ਜਨਪਦ ਤੋਂ ਹਰੀਸ਼ ਚੌਧਰੀ ਜੀ ਤਾਂ ਵਜ਼ੀਰ ਨੇ ਰਾਜਸਥਾਨ ਦੇ, ਫਿਰ ਛਡਾ ਦਿਓ ਉਹਨਾਂ ਨੂੰ, ਇੱਥੇ ਵਜ਼ੀਰ ਬਣਾ ਦਿਓ। ਰਾਜਸਥਾਨ ਦੇ ਬੰਦੇ ਨੂੰ ਪੰਜਾਬ ਦੇ ਫੈਸਲੇ ਕਰੂ ਔਰ ਕਹਿੰਦਾ ਜੀ ਕਮੇਟੀ ਬਣਾ ਦੇਾਂਗੇ। ਫਿਰ ਵਜ਼ੀਰ ਕਾਹਦੇ ਲਈ ਖਰਚਾ ਕਰ ਰਹੇ? ਵਜ਼ੀਰ ਲਾ ਦਿਓ ਸਾਰੇ। ਅਨਕਨਸਟੀਟਿਊਸ਼ਨਲ ਕੰਮ ਸ਼ੁਰੂ ਹੋ ਗਏ ਆ। ਇਹ ਤਾਂ ਸੰਵਿਧਾਨ ਦੀ ਵੀ ਤੋਹੀਨ ਸ਼ੁਰੂ ਕਰਤੀ ਹੈ। ਔਰ ਜਿਸ ਤਰੀਕੇ ਨਾਲ ਹਰ ਵਰਗ ਨੂੰ ਹੀ ਬੇਇੱਜ਼ਤ ਜਲਾਲਤ ਸਾਹਮਣਾ ਕਰਨਾ ਪਿਆ, ਹੁਣ ਕਨਸਟੀਟਿਊਸ਼ਨ ਦੇ ਦਿਵਾਲੇ ਹੋਏ ਆ ਕਿ ਅਸੀਂ ਮੰਨਦੇ ਹੀ ਨਹੀਂ ਸੰਵਿਧਾਨ ਨੂੰ। ਜੇ ਤੁਸੀਂ ਕਮੇਟੀ ਬਣਾਉਣੀ ਹੈ ਫਿਰ ਤੁਹਾਨੂੰ ਵਜ਼ੀਰਾਂ ਦੀ ਕੋਈ ਲੋੜ ਨਹੀਂ, ਥੱਲੇ ਅਮਲੇ ਫੀਲੇ ਦੀ ਲੋੜ ਕੋਈ ਨਹੀਂ। ਔਰ ਕਿਹੜਾ ਕਨਸਟੀਟਿਊਸ਼ਨ ਇਸ ਤਰ੍ਹਾਂ ਕਹਿੰਦਾ ਕਿ ਮੁੱਖ ਮੰਤਰੀ ਦੇ ਉੱਤੋਂ ਦੀ ਕੋਈ ਕਮੇਟੀ ਹੈ ਜਿਹੜੀ ਸਰਕਾਰ ਚਲਾਊਗੀ?
ਇਹ ਤਾਂ ਕਿਸੇ ਸੂਬੇ 'ਚ ਹੋਇਆ ਹੀ ਨਹੀਂ 2022 ਦੇ ਵਿੱਚ ਕਿੰਨੀ ਸੀਟ ਜਿੱਤਣ ਦਾ ਤੁਸੀਂ ਟਾਰਗੇਟ ਰੱਖਿਆ ਆਪਣਾ? ਭਰਾਵਾ ਹਲੇ ਇਹ ਸਿਚੁਏਸ਼ਨ ਬਾਅਦ 'ਚ ਆਉਣੀ ਹੈ। ਇਹ ਸਵਾਲ ਮੈਨੂੰ ਜਨਵਰੀ 'ਚ ਕਰਿਓ ਤਾਂ ਫਿਰ ਤਾਂ ਮੈਂ ਕੋਈ ਜਵਾਬ ਦੇ ਦੂੰ। ਬਾਕੀ ਐਡਾ ਅੰਤਰਜਾਮੀ ਹਲੇ ਮੈਂ ਪੜਿਆ ਨਹੀਂ। ਮਾੜਾ ਮੋਟਾ 9 ਨੂੰ ਵੱਧ ਜਪਾਂਗੇ ਫਿਰ ਦੱਸਾਂਗੇ ਤੁਹਾਨੂੰ ਜੇ ਕੋਈ ਧਿਆਨ 'ਚ ਆਏਗਾ।